हाँ जी, गुड ईवनिंग एवरीवन। गुड ईवनिंग ਮਨਦੀਪ ਜੀ, ਗੁੱਡ ਈਵਨਿੰਗ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮਲੂਕਾ ਆਈਏਐਸ ਕਰੰਟ ਅਫੇਅਰ ਦੀ ਸਾਡਾ 18th ਲੈਕਚਰ ਆ। ਜਿਵੇਂ ਕੱਲ ਆਪਾਂ ਜੋ ਟੌਪਿਕ ਕੱਲ ਕਵਰ ਕਰ ਰਹੇ ਸੀ, ਇੱਕ ਟੌਪਿਕ ਉਹਨਾਂ ਦੇ ਵਿੱਚੋਂ ਬਚ ਗਿਆ ਸੀ ਪ੍ਰਾਈਵੇਟ ਮੈਂਬਰਸ ਬਿੱਲ। ਤੇ ਪਹਿਲਾਂ ਆਪਾਂ ਪ੍ਰਾਈਵੇਟ ਮੈਂਬਰਸ ਬਿੱਲ ਬਾਰੇ ਗੱਲ ਕਰਾਂਗੇ ਤੇ ਉਹਦੇ ਬਾਅਦ ਜੋ ਸਾਡੇ ਅੱਜ ਦੇ ਟੌਪਿਕਸ ਨੇ ਕਰੰਟ ਅਫੇਅਰਸ ਦੀ ਕਲਾਸ ਦੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਤੇ ਉਸ ਤੋਂ ਪਹਿਲਾਂ ਇੱਕ ਵਾਰੀ ਦੱਸ ਦਿਓ ਤੁਹਾਨੂੰ ਸਾਰਿਆਂ ਨੂੰ ਆਵਾਜ਼ ਆ ਰਹੀ ਹੈ ਜੀ? ਹਾਂਜੀ ਕਿਸ਼ਨ ਜੀ, ਸਤਿ ਸ਼੍ਰੀ ਅਕਾਲ ਜੀ। ਆਵਾਜ਼ ਆ ਰਹੀ ਹੈ ਜੀ ਸਾਰਿਆਂ ਨੂੰ? ਸੋ ਦੇਰ ਆਪਾਂ ਆਪਣੀ ਕਲਾਸ ਸਟਾਰਟ ਕਰ ਸਕੀਏ। ਤੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਹਾਡੀ ਸਾਰਿਆਂ ਦੀ ਜੋ ਪ੍ਰੈਪਰੇਸ਼ਨ ਆ ਵਧੀਆ ਚੱਲ ਰਹੀ ਹੋਣੀ ਆ। ਤੇ ਤੁਹਾਨੂੰ ਸਾਰਿਆਂ ਨੂੰ ਮੈਂ ਇਨਫੋਰਮ ਵੀ ਕਰਨਾ ਚਾਹੁੰਦਾ ਕਿ ਕੱਲ ਸੰਡੇ ਹੈ ਤੇ ਕੱਲ 9 ਤੋਂ 10 ਵਜੇ ਦੇ ਵਿੱਚ ਤੁਹਾਨੂੰ ਜੋ ਸਾਡੀਆਂ ਕਰੰਟ ਅਫੇਅਰਸ ਦੀਆਂ ਕਲਾਸਿਸ ਹੋਈਆਂ ਨੇ ਉਹਨਾਂ ਦੇ ਜੋ ਟੌਪਿਕਸ ਆਪਾਂ ਕਵਰ ਕੀਤੇ ਨੇ ਪਿਛਲੇ ਇਸ ਵੀਕ ਦੇ ਵਿੱਚ, ਉਹਨਾਂ ਬਾਰੇ 10 ਤੋਂ 15 ਕੁਐਸਚਨਸ ਦੀ ਕੁਇਜ਼ ਟੈਲੀਗ੍ਰਾਮ ਚੈਨਲ 'ਤੇ ਪੋਸਟ ਹੋਊ। ਪਲੱਸ ਜੋ ਸਾਡੀਆਂ ਪੰਜਾਬ ਜੀਕੇ ਦੀਆਂ ਕਲਾਸਿਸ ਹੋਈਆਂ ਨੇ ਇਸ ਵੀਕ ਦੇ ਵਿੱਚ, ਉਹਨਾਂ ਦੇ ਵਿੱਚੋਂ ਵੀ 10 ਤੋਂ 15 ਕੁਐਸਚਨ ਦੀ ਕੁਇਜ਼ ਤੁਹਾਡੇ ਲਈ ਟੈਲੀਗ੍ਰਾਮ ਚੈਨਲ ਜੋ ਸਾਡਾ ਮਲੂਕਾ ਆਈਏਐਸ ਪੰਜਾਬ ਪੀਸੀਐਸ ਦੇ ਨਾਮ ਤੋਂ ਚੱਲ ਰਿਹਾ, ਉੱਥੇ ਤੁਹਾਨੂੰ ਦੋਨੋਂ ਕੁਇਜ਼ ਉੱਥੇ ਪ੍ਰੋਵਾਈਡ ਕੀਤੀਆਂ ਜਾਣਗੀਆਂ। ਸੋ ਮੇਕ ਸ਼ੋਰ ਕਿ ਤੁਸੀਂ ਸਾਰੇ ਉਹਨਾਂ ਕੁਐਸਚਨਸ ਨੂੰ ਅਟੈਂਪਟ ਕਰੋ। ਤੇ ਚਲੋ ਆਪਾਂ ਸਾਡੀ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ। ਹਾਂਜੀ, ਗੁੱਡ ਈਵਨਿੰਗ ਜੀ ਕਿਰਨਦੀਪ ਜੀ, ਵੈਰੀ ਗੁੱਡ ਈਵਨਿੰਗ। ਤੇ ਸਾਡਾ ਅੱਜ ਦਾ ਜੋ ਫਸਟ ਟੌਪਿਕ ਹੈ ਦੈਟ ਇਜ਼ ਪ੍ਰਾਈਵੇਟ ਮੈਂਬਰਸ ਬਿੱਲ। ਰੀਸੈਂਟਲੀ ਇਟ ਵਾਜ਼ ਇਨ ਨਿਊਜ਼। ਤੇ ਪਹਿਲਾਂ ਜੋ ਸਾਡਾ ਕੁਐਸਚਨ ਹੈ ਪ੍ਰਾਈਵੇਟ ਮੈਂਬਰਸ ਬਿੱਲ ਬਾਰੇ, that is consider which of the following statement is correct about private members bill। ਤੁਹਾਨੂੰ ਪ੍ਰਾਈਵੇਟ ਮੈਂਬਰ ਬਿੱਲ ਦੀ ਡਾਇਰੈਕਟ ਡੈਫੀਨੇਸ਼ਨ ਪੁੱਛੀ ਗਈ ਹੈ, ਠੀਕ ਹੈ ਜੀ। ਫਸਟ ਸਟੇਟਮੈਂਟ ਇਜ਼ the bill introduced by any member from the opposition is called a private members bill। Second statement is the bill introduced by any member of the house who is not a part of the council of ministers is called private members bill। Third option is the bill introduced by a nominated member of the house, ठीक है जी। Fourth option is the bill introduced by a member who is not yet elected to the house। Not yet elected to the house मतलब साडे constitution ਦੇ according ਪਾਰਲੀਮੈਂਟ ਦੇ ਦੋਨੋਂ ਹਾਊਸਿਸ ਦੇ ਵਿੱਚ ਕਹਿ ਲਓ ਜਾਂ ਸਾਡੇ ਸਟੇਟ ਲੈਜਿਸਲੇਚਰ ਦੇ ਵਿੱਚ ਕਹਿ ਲਓ, ਕੁਝ ਇਦਾਂ ਦੇ ਮੈਂਬਰਸ ਵੀ ਹੋ ਸਕਦੇ ਨੇ ਜਿਹੜੇ ਹਲੇ ਹਾਊਸ ਦੇ ਲਈ ਇਲੈਕਟ ਨਹੀਂ ਹੋਏ। ਮਤਲਬ ਉਹਨਾਂ ਲਈ ਮੈਕਸਿਮਮ ਇਹ ਪ੍ਰੋਵੀਜ਼ਨ ਹੈ ਕਿ ਮੈਕਸਿਮਮ ਇੱਕ ਨਾਨ ਇਲੈਕਟਡ ਮੈਂਬਰ ਹਾਊਸ ਦੇ ਵਿੱਚ ਰਹਿ ਸਕਦਾ ਫॉर ਅ ਪੀਰੀਅਡ ਆਫ 6 ਮੰਥਸ। ਤੇ ਮਤਲਬ ਜੇ ਆਪਾਂ ਕਹਿ ਲਈਏ ਇੱਕ ਤਾਂ ਇਲੈਕਟਡ ਮੈਂਬਰਸ ਹੋ ਗਏ, ਇੱਕ ਨੋਮੀਨੇਟਡ ਮੈਂਬਰਸ ਹੋ ਗਏ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਦੇ ਗਵਰਨਰਸ ਨੋਮੀਨੇਟ ਕਰਦੇ ਨੇ, ਪ੍ਰੈਜ਼ੀਡੈਂਟ ਫॉर ਪਾਰਲੀਮੈਂਟ ਲਈ ਨੋਮੀਨੇਟ ਕਰਦੇ ਨੇ, ਤੇ ਪਲੱਸ ਗਵਰਨਰ ਸਾਡੀਆਂ ਸਟੇਟ ਲੈਜਿਸਲੇਟਿਵ ਅਸੈਂਬਲੀਜ਼ ਤੇ ਕਾਉਂਸਲਸ ਦੇ ਲਈ ਕੁਝ ਮੈਂਬਰਸ ਨੂੰ ਨੋਮੀਨੇਟ ਕਰਦੇ ਨੇ। ਪਲੱਸ ਉਹਦੇ ਬਿਨਾਂ ਕੁਝ ਇੱਦਾਂ ਦੇ ਮੈਂਬਰ ਵੀ ਹੋ ਸਕਦੇ ਨੇ ਜਿਹੜੇ ਨਾ ਤਾਂ ਇਲੈਕਟਡ ਹੋਣ ਤੇ ਨਾ ਹੀ ਨੋਮੀਨੇਟਡ ਹੋਣ। ਉਹ ਮੈਂਬਰ ਉਹਨਾਂ ਦੇ ਲਈ ਸਾਡਾ ਕਨਸਟੀਟਿਊਸ਼ਨ ਕਹਿੰਦਾ ਕਿ ਮੈਕਸਿਮਮ ਫॉर ਪੀਰੀਅਡ ਆਫ 6 ਮੰਥਸ ਇੱਦਾਂ ਦੇ ਮੈਂਬਰ ਹਾਊਸ ਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ। ਜੇ ਉਸ ਤੋਂ ਬਾਅਦ ਉਹਨਾਂ ਨੇ ਕੰਟੀਨਿਊ ਕਰਨਾ ਦੈਨ ਦੇ ਹੈਵ ਟੂ ਗੈਟ ਇਲੈਕਟਡ ਵਿਦਿਨ ਦੈਟ ਪੀਰੀਅਡ ਆਫ 6 ਮੰਥਸ, ਠੀਕ ਹੈ ਜੀ। ਤੇ ਇੱਦਾਂ ਦਾ ਜਿਹੜਾ ਮਿਨਿਸਟਰ ਆ ਉਹ ਪ੍ਰਾਈਮ ਮਿਨਿਸਟਰ ਵੀ ਬਣ ਸਕਦਾ ਜੇ ਪਾਰਲੀਮੈਂਟ ਦੀ ਗੱਲ ਕਰਦੇ ਹਾਂ। ਜੇ ਅਸੀਂ ਸਟੇਟ ਲੈਜਿਸਲੇਚਰ ਦੀ ਗੱਲ ਕਰਦੇ ਹਾਂ ਤਾਂ ਉੱਦਾਂ ਦਾ ਜੋ ਮੈਂਬਰ ਆ ਉਹ ਸੀਐਮ ਵੀ ਬਣ ਸਕਦਾ ਕਿਸੇ ਸਟੇਟ ਦਾ। ਤੇ ਜੇ ਆਪਾਂ ਗੱਲ ਕਰੀਏ ਮਹਾਰਾਸ਼ਟਰ ਦੇ ਵਿੱਚ ਹੁਣ ਚਲੋ ਬੀਜੇਪੀ ਗਵਰਨਮੈਂਟ ਆ, ਉਸ ਤੋਂ ਪਹਿਲਾਂ ਐਮਬੀਏ ਜੋ ਗਠਬੰਧਨ ਗਵਰਨਮੈਂਟ ਬਣੀ ਸੀ ਉਹਨਾਂ ਦਾ ਜੋ ਉਸ ਟਾਈਮ ਸੀਐਮ ਬਣੇ ਸੀ ਉਹਨਾਂ ਦੇ ਠਾਕਰੇ ਸਾਹਿਬ ਜੋ ਸੀਗੇ ਉਹ ਇਲੈਕਟ ਨਹੀਂ ਹੋਏ ਸੀ ਹਾਊਸ ਨੂੰ, ਬਟ ਉਹਨਾਂ ਨੂੰ ਹਾਊਸ ਦੇ ਵਿੱਚ ਉਹਨਾਂ ਨੇ ਐਜ਼ ਅ ਮੈਂਬਰ ਚੂਜ਼ ਕਰ ਲਿਆ ਤੇ ਉਹ ਸੀਐਮ ਬਣ ਗਏ। ਬਟ ਉਦੋਂ ਬਾਅਦ ਕਿਸੇ ਇੱਕ ਕੌਂਸਟੀਚੁਐਂਸੀ ਚੋਂ ਉਹ ਇਲੈਕਟ ਹੋ ਕੇ ਹਾਊਸ ਦੇ ਮੈਂਬਰ ਬਣ ਗਏ ਸੀ, ਠੀਕ ਹੈ ਜੀ। ਸੋ ਇਹ ਧਿਆਨ 'ਚ ਰੱਖਿਓ ਵੀ ਇੱਕ ਨਾਨ ਇਲੈਕਟਡ ਮੈਂਬਰ ਵੀ ਹਾਊਸ ਦਾ ਮੈਂਬਰ ਹੋ ਸਕਦਾ ਫॉर ਅ ਪੀਰੀਅਡ ਆਫ ਮੈਕਸਿਮਮ ਫॉर ਦਾ ਪੀਰੀਅਡ ਆਫ 6 ਮੰਥਸ। ਤੇ ਉਸ ਪੀਰੀਅਡ ਦੇ ਦੌਰਾਨ ਉਹਨੇ ਹਾਊਸ ਦੇ ਵਿੱਚ ਇਲੈਕਟ ਹੋਣਾ ਹੁੰਦਾ, ਠੀਕ ਹੈ ਜੀ। ਤੇ ਮਤਲਬ ਇਹ ਹੁੰਦਾ ਕਈ ਵਾਰੀ ਕੀ ਹੁੰਦਾ ਵੀ ਜਿਹੜਾ ਕਿਸੇ ਪਾਰਟੀ ਨੇ, ਆਪਾਂ ਮੰਨ ਲਈਏ ਜੀ ਐਗਜ਼ਾਮਪਲ ਲਈਏ, ਕਿਸੇ ਪਾਰਟੀ ਨੇ ਜਿਵੇਂ ਕਹਿ ਲਓ ਆਪਾਂ ਪੰਜਾਬ ਦੀ ਗੱਲ ਕਰ ਲਈਏ, ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ,
जो पिछे इलैक्शन हुई ਉਹਦੇ 'ਚ ਭਗਵੰਤ ਮਾਨ ਜਿੱਤ ਗਏ, ਉਹਨਾਂ ਨੇ ਅਨਾਉਂਸ ਕਰਤਾ ਸੀ ਭਗਵੰਤ ਮਾਨ ਸਾਡੇ ਨੈਕਸਟ ਸੀਐਮ ਹੋਣਗੇ, ਬਟ ਮੰਨ ਲਓ ਜੇ ਭਗਵੰਤ ਮਾਨ ਜਿਹੜੀ ਸੀਟ ਤੋਂ ਜਿਹੜੀ ਕਨਸਟੀਚੁਐਂਸੀ ਤੋਂ ਲੜ ਰਹੇ ਸੀ ਉੱਥੋਂ ਹਾਰ ਜਾਂਦੇ, ਉਹਦੇ ਬਾਵਜੂਦ ਵੀ ਭਗਵੰਤ ਮਾਨ ਨੂੰ ਸੀਐਮ ਬਣਾਇਆ ਜਾ ਸਕਦਾ ਸੀ 6 ਮਹੀਨਿਆਂ ਦੇ ਟਾਈਮ ਲਈ। ਤੇ ਉਸ 6 ਮਹੀਨਿਆਂ ਦੇ ਟਾਈਮ ਦੇ ਵਿੱਚ ਉਹਨਾਂ ਨੇ ਕਿਸੇ ਵੀ ਕਨਸਟੀਚੁਐਂਸੀ ਦੀ ਕਿਸੇ ਵੀ ਪੰਜਾਬ ਦੀਆਂ 117 ਦੇ ਵਿੱਚੋਂ ਕਿਸੇ ਵੀ ਇੱਕ ਕਨਸਟੀਚੁਐਂਸੀ ਤੋਂ ਇਲੈਕਟ ਹੋਣਾ ਸੀ ਐਜ਼ ਅ ਮੈਂਬਰ, ਠੀਕ ਹੈ ਜੀ। ਜੇ ਇਲੈਕਟ ਨਹੀਂ ਹੁੰਦੇ ਤਾਂ ਉਹਨਾਂ ਨੂੰ ਆਪਣੀ ਮੈਂਬਰਸ਼ਿਪ ਤੇ ਜੋ ਚੀਫ ਮਿਨਿਸਟਰ ਦੀ ਪੋਸਟ ਆ ਉਹਨੂੰ ਛੱਡਣਾ ਪੈਣਾ ਸੀ, ਠੀਕ ਹੈ ਜੀ। ਬਟ ਉਹ ਜਿੱਤੀ ਚੁੱਕੇ ਸੀ। ਵੀ ਆਪਾਂ ਤੁਹਾਨੂੰ ਸਮਝਾਉਣ ਲਈ ਦੱਸਿਆ ਕਿ ਇਦਾਂ ਦਾ ਕੇਸ ਵੀ ਹੋ ਸਕਦਾ, ਇੱਕ ਨਾਨ ਇਲੈਕਟਡ ਮੈਂਬਰ ਹਾਊਸ ਦੇ ਵਿੱਚ ਹੋ ਸਕਦਾ ਤੇ ਉਹ ਸੀਐਮ ਵੀ ਬਣ ਸਕਦਾ, ਪ੍ਰਾਈਮ ਮਿਨਿਸਟਰ ਵੀ ਬਣ ਸਕਦਾ। ਮੈਕਸਿਮਮ ਪੀਰੀਅਡ 6 ਮੰਥਸ ਦਾ ਹੁੰਦਾ, ਉਹਦੇ ਦੌਰਾਨ ਉਹਨੇ ਇਲੈਕਟ ਹੋਣਾ ਹੁੰਦਾ, ਬਸ ਇਹ ਥੋੜਾ ਜਿਹਾ ਧਿਆਨ ਰੱਖ ਲਿਓ। ਤੇ ਕੁਐਸਚਨ ਦਾ ਆਨਸਰ ਕਰੋ ਜੀ, ਪ੍ਰਾਈਵੇਟ ਮੈਂਬਰਸ ਬਿੱਲ ਕੀ ਆ। ਪਹਿਲੀ ਸਟੇਟਮੈਂਟ ਜਿਵੇਂ ਤੁਹਾਨੂੰ ਦੱਸਿਆ, ਵਿਰੋਧੀ ਧਿਰ ਦੇ ਕਿਸੇ ਵੀ ਮੈਂਬਰ ਦੁਆਰਾ ਪੇਸ਼ ਕੀਤੇ ਗਏ ਬਿੱਲ ਨੂੰ ਪ੍ਰਾਈਵੇਟ ਮੈਂਬਰ ਬਿੱਲ ਕਿਹਾ ਜਾਂਦਾ। ਸੈਕੰਡ, ਸਦਨ ਦੇ ਕਿਸੇ ਵੀ ਮੈਂਬਰ ਜੋ ਮੰਤਰੀ ਮੰਡਲ ਦਾ ਹਿੱਸਾ ਨਹੀਂ ਹੈ ਦੁਆਰਾ ਪੇਸ਼ ਕੀਤਾ ਗਿਆ ਬਿੱਲ ਪ੍ਰਾਈਵੇਟ ਮੈਂਬਰ ਬਿੱਲ ਹੁੰਦਾ। ਸਦਨ ਦੇ ਇੱਕ ਨਾਮਜ਼ਦ ਮੈਂਬਰ ਦੁਆਰਾ ਪੇਸ਼ ਕੀਤਾ ਗਿਆ ਬਿੱਲ, ਜਿਹਨੂੰ ਨੋਮੀਨੇਟਡ ਮੈਂਬਰ ਕਹਿ ਦਿੰਦੇ ਆ, ਜਾਂ ਇੱਕ ਮੈਂਬਰ ਜੋ ਅਜੇ ਸਦਨ ਲਈ ਚੁਣਿਆ ਨਹੀਂ ਗਿਆ, ਜੋ ਇਲੈਕਟ ਨਹੀਂ ਹੋਇਆ, ਉਹਦੇ ਦੁਆਰਾ ਪੇਸ਼ ਕੀਤਾ ਗਿਆ ਬਿੱਲ ਜਿਹੜਾ ਹੈ ਉਹਨੂੰ ਪ੍ਰਾਈਵੇਟ ਮੈਂਬਰ ਬਿੱਲ ਕਹਾਂਗੇ। ਦੱਸੋ ਇਹਨਾਂ ਚੋਂ ਕਿਹੜਾ ਸਹੀ ਆਨਸਰ ਹੈ, ਕਮੈਂਟ ਕਰਿਓ, ਵੈਰੀ ਇੰਪੋਰਟੈਂਟ। ਹਾਂਜੀ ਹਾਂਜੀ ਮਨਦੀਪ ਜੀ, ਵੈਰੀ ਗੁੱਡ। ਵੈਸਟ ਬੰਗਾਲ ਮਮਤਾ ਬੈਨਰਜੀ ਦੇ ਕੇਸ ਦੇ ਵਿੱਚ ਵੀ ਸੇਮ ਹੋਇਆ ਸੀ, ਉਹ ਆਪਣੀ ਸੀਟ ਤੋਂ ਹਾਰ ਗਏ ਸੀ ਤੇ ਉਹਦੇ ਬਾਅਦ ਦੁਬਾਰਾ ਉਹ ਇੱਕ ਹੋਰ ਸੀ ਇੱਕ ਕਨਸਟੀਚੁਐਂਸੀ ਤੋਂ ਇਲੈਕਟ ਹੋ ਕੇ ਹਾਊਸ ਦੇ ਵਿੱਚ ਆਏ। ਵਾਈ ਇਜ਼ ਇਨ ਨਿਊਜ਼, ਜੋ ਸਾਨੂੰ ਪਤਾ ਕਿ ਸਾਡਾ ਵਿੰਟਰ ਸੈਸ਼ਨ ਆਫ ਪਾਰਲੀਮੈਂਟ ਚੱਲ ਰਿਹਾ, ਉਹਦੇ ਦੌਰਾਨ ਰੀਸੈਂਟਲੀ 2 ਪ੍ਰਾਈਵੇਟ ਮੈਂਬਰਸ ਬਿੱਲ ਇੰਟਰੋਡਿਊਸ ਕੀਤੇ ਗਏ ਨੇ। ਉਹਨਾਂ 'ਚੋਂ ਇੱਕ ਕੰਸਰਨ ਕਰਦਾ ਜੀ ਯੂਨੀਫਾਰਮ ਸਿਵਲ ਕੋਡ ਦੇ ਨਾਲ। ਤੇ ਤੁਹਾਡੇ ਲਈ ਇੱਕ ਕੁਐਸਚਨ ਹੋਰ ਵੀ ਹੈ ਕਿ ਕਿਹੜੇ ਆਰਟੀਕਲ ਜੋ ਸਾਡਾ DPSPs ਨੇ, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ, ਉਹਨਾਂ ਦੇ ਵਿੱਚੋਂ ਕਿਹੜਾ ਆਰਟੀਕਲ ਹੈ ਜੋ ਯੂਨੀਫਾਰਮ ਸਿਵਲ ਕੋਡ ਦੀ ਗੱਲ ਕਰਦਾ, ਉਹ ਤੁਸੀਂ ਕਮੈਂਟ ਕਰਕੇ ਦੱਸੋ। ਸੈਕੰਡ, ਜੋ ਪ੍ਰਾਈਵੇਟ ਮੈਂਬਰਸ ਬਿੱਲ ਆ ਉਹ ਕੰਸਰਨ ਕਰਦਾ ਵਿਦ ਦ ਵਰਕਿੰਗ ਆਫ ਇਲੈਕਸ਼ਨ ਕਮਿਸ਼ਨ, ਠੀਕ ਹੈ ਜੀ। ਇਹਨਾਂ ਦੋਨਾਂ ਮੁੱਦਿਆਂ ਤੇ 2 ਪ੍ਰਾਈਵੇਟ ਮੈਂਬਰਸ ਬਿੱਲ ਇੰਟਰੋਡਿਊਸ ਕੀਤੇ ਗਏ ਨੇ ਹਾਊਸ ਦੇ ਵਿੱਚ। ਫਸਟ, ਹੂ ਇਜ਼ ਅ ਪ੍ਰਾਈਵੇਟ ਮੈਂਬਰ ਇਨ ਦਾ ਹਾਊਸ, ਕੌਣ ਹੁੰਦਾ ਪ੍ਰਾਈਵੇਟ ਮੈਂਬਰ ਹਾਊਸ ਦੇ ਵਿੱਚ? ਐਨੀ ਮੈਂਬਰ ਆਫ ਪਾਰਲੀਮੈਂਟ ਹੂ ਇਜ਼ ਨਾਟ ਅ ਮਿਨਿਸਟਰ, ਠੀਕ ਹੈ ਜੀ। ਜਿਹੜਾ ਵੀ ਮੈਂਬਰ ਉਹ ਚਾਹੇ ਰੂਲਿੰਗ ਪਾਰਟੀ ਦਾ ਹੋਵੇ ਚਾਹੇ ਓਪੋਜੀਸ਼ਨ ਦਾ ਹੋਵੇ, ਉਹ ਮੈਂਬਰ ਜਿਹੜਾ ਮਿਨਿਸਟਰ ਸਾਡੀ ਕੈਬਨਿਟ ਦਾ ਕਹਿ ਲਓ ਜਾਂ ਸਾਡੀ ਕਾਉਂਸਲ ਆਫ ਮਿਨਿਸਟਰ ਦਾ ਪਾਰਟ ਨਹੀਂ ਹੈ, ਉਹਨੂੰ ਅਸੀਂ ਪ੍ਰਾਈਵੇਟ ਮੈਂਬਰ ਕਹਾਂਗੇ, ਠੀਕ ਹੈ। ਜਿਵੇਂ ਆਪਾਂ ਮੰਨ ਲਈਏ ਵੀ BJP ਸੈਂਟਰ ਦੇ ਵਿੱਚ BJP ਦੇ ਮੋਰ ਦੈਨ 250 MLAs ਨੇ ਲੋਕ ਸਭਾ ਦੇ ਵਿੱਚ, MPs ਨੇ, ਮੈਂਬਰ ਆਫ ਪਾਰਲੀਮੈਂਟ ਨੇ ਲੋਕ ਸਭਾ ਦੇ ਵਿੱਚ, ਬਟ 250 ਦੇ 250 ਦਾ ਕਾਉਂਸਲ ਆਫ ਮਿਨਿਸਟਰ ਦਾ ਪਾਰਟ ਨਹੀਂ ਹੈ, ਹੈ ਨਾ। ਉਹਦੇ 'ਚ ਤਾਂ 30-35 ਮੈਂਬਰ ਨੇ ਜਾਂ ਜ਼ਿਆਦਾ ਹੋਣਗੇ, ਹੈ ਨਾ, ਥੋੜ੍ਹੇ ਬਹੁਤ, ਉਹ ਕਾਉਂਸਲ ਆਫ ਮਿਨਿਸਟਰ ਦਾ ਪਾਰਟ ਨੇ। ਬਟ ਜਿਹੜੇ ਬਾਕੀ ਦੇ ਮੈਂਬਰ ਨੇ ਉਹ ਚਾਹੇ BJP ਦੇ ਨੇ ਚਾਹੇ ਕਿਸੇ ਓਪੋਜੀਸ਼ਨ ਪਾਰਟੀ ਦੇ ਨੇ, ਉਹਨਾਂ ਨੂੰ ਅਸੀਂ ਪ੍ਰਾਈਵੇਟ ਮੈਂਬਰ ਕੰਸੀਡਰ ਕਰਦੇ ਹਾਂ, ਠੀਕ ਹੈ ਜੀ। ਧਿਆਨ 'ਚ ਰੱਖਿਓ ਇਹ ਗੱਲ। ਇਜ਼ ਰੈਫਰ ਟੂ ਐਜ਼ ਅ ਪ੍ਰਾਈਵੇਟ ਮੈਂਬਰ ਐਂਡ thus a bill introduced by such a member is called private members bill। ਉਹ ਜਿਹੜਾ ਮੈਂਬਰ ਆ ਜਿਹੜਾ ਕਾਉਂਸਲ ਆਫ ਮਿਨਿਸਟਰ ਦਾ ਪਾਰਟ ਨਹੀਂ ਹੈ, ਉਹ ਮੈਂਬਰ ਜਿਹੜਾ ਕੋਈ ਵੀ ਬਿੱਲ ਇੰਟਰੋਡਿਊਸ ਕਰ ਰਿਹਾ ਜੇ ਹਾਊਸ ਦੇ ਵਿੱਚ, ਬੀ ਇਟ ਇਨ ਪਾਰਲੀਮੈਂਟ ਔਰ ਐਨੀ ਸਟੇਟ ਲੈਜਿਸਲੇਚਰ, ਉਸ ਬਿੱਲ ਨੂੰ ਅਸੀਂ ਪ੍ਰਾਈਵੇਟ ਮੈਂਬਰਸ ਬਿੱਲ ਕਹਾਂਗੇ, ਠੀਕ ਹੈ ਜੀ। ਵੈਰੀ ਇੰਪੋਰਟੈਂਟ। ਜੇ ਕਿਸੇ ਨੇ ਪਹਿਲਾਂ ਆਨਸਰ ਨਹੀਂ ਕੀਤਾ, ਹੁਣ ਵੀ ਕਰ ਸਕਦੇ ਹੋ ਤੁਸੀਂ, ਕਿਉਂਕਿ ਹੁਣ ਤੁਹਾਨੂੰ ਪਤਾ ਲੱਗ ਗਿਆ ਕੀ ਹੁੰਦਾ। ਦੈਨ ਸੈਕੰਡ, ਆਪਾਂ ਗੱਲ ਕਰੀਏ ਇਹਦੇ ਰਿਗਾਰਡਿੰਗ ਕੋਈ ਸਾਡੇ ਸਪੈਸ਼ਲ ਪ੍ਰੋਵੀਜ਼ਨਸ ਹੈ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਕਹਿ ਲਓ, ਜਾਂ ਪਾਰਲੀਮੈਂਟਰੀ ਕਿਸੇ ਐਕਟ ਦੇ ਅੰਡਰ ਪ੍ਰਾਈਵੇਟ ਮੈਂਬਰਸ ਬਿੱਲ ਦੇ ਕੰਸਰਨ ਦੇ ਵਿੱਚ ਕੋਈ ਸਪੈਸ਼ਲ ਪ੍ਰੋਵੀਜ਼ਨਸ ਹੈ? ਹਾਂਜੀ, ਉਹਦੇ ਲਈ ਕੁਝ ਸਪੈਸ਼ਲ ਪ੍ਰੋਵੀਜ਼ਨਸ ਨੇ। ਫਸਟ ਇਜ਼ ਕਿ ਜਦੋਂ ਵੀ ਕੋਈ ਪ੍ਰਾਈਵੇਟ ਮੈਂਬਰ ਨੇ ਕਿਸੇ ਨੇ ਬਿੱਲ ਇੰਟਰੋਡਿਊਸ ਕਰਨਾ, ਬਿਫੋਰ ਇੰਟਰੋਡਿਊਸਿੰਗ ਦ ਬਿੱਲ he or she has to provide a notice ਪੀਰੀਅਡ ਆਫ 1 month, ਠੀਕ ਹੈ ਜੀ। ਇੱਕ ਨੋਟਿਸ ਪੀਰੀਅਡ ਉਹਨੂੰ ਦੇਣਾ ਪੈਣਾ, ਵੀ ਮਤਲਬ ਜਿਵੇਂ ਮੈਂ ਅੱਜ ਤੋਂ 1 ਮਹੀਨੇ ਦਾ ਨੋਟਿਸ ਦੇਣਾ ਪੈਣਾ, ਮਤਲਬ ਕਿ ਮੈਂ ਅੱਜ ਨੋਟਿਸ ਦਿੱਤਾ ਤਾਂ ਉਹਦੇ 1 ਮਹੀਨੇ ਬਾਅਦ ਮੈਂ ਆਪਣਾ ਬਿੱਲ ਇੰਟਰੋਡਿਊਸ ਕਰ ਸਕਦਾ ਹਾਊਸ ਦੇ ਵਿੱਚ, ਠੀਕ ਹੈ। ਇਟ ਰਿਕੁਆਇਰਸ 1 month's notice for its introduction in the house। ਸੈਕੰਡ, ਜੋ ਪ੍ਰਾਈਵੇਟ ਮੈਂਬਰਸ ਬਿੱਲ ਆ ਨਾ, ਇਹ ਸਿਰਫ ਫਰਾਈਡੇ ਨੂੰ ਹੀ ਇੰਟਰੋਡਿਊਸ ਕੀਤਾ ਜਾ ਸਕਦਾ, ਤੇ ਇਹਦੇ ਤੇ ਜਿਹੜੀ ਡਿਸਕਸ਼ਨ ਹੋਊ ਉਹ ਵੀ ਓਨਲੀ ਔਨ ਫਰਾਈਡੇਜ਼, ਠੀਕ ਹੈ ਜੀ। ਜਿਹੜੇ ਬਾਕੀ ਦੇ ਬਿੱਲ ਹੁੰਦੇ ਨੇ
ਹੈਲੋ, ਹਾਂਜੀ ਹੁਣ ਆ ਰਹੀ ਆਵਾਜ਼? ਤੇ ਜੋ ਪ੍ਰਾਈਵੇਟ ਮੈਂਬਰ ਬਿੱਲ, ਉਹਦਾ ਆਨਸਰ ਹੈ ਜੀ ਦੈਟ ਇਜ਼ ਬਿੱਲ ਇੰਟਰੋਡਿਊਸਡ ਬਾਈ ਐਨੀ ਮੈਂਬਰ ਆਫ ਦਾ ਹਾਊਸ ਹੂ ਇਜ਼ ਨਾਟ ਪਾਰਟ ਆਫ ਦਾ ਕਾਉਂਸਲ ਆਫ ਮਿਨਿਸਟਰ। ਉਹ ਮੈਂਬਰ ਕਿਸੇ ਵੀ ਪਾਰਟੀ ਦਾ ਹੋ ਸਕਦਾ, ਰੂਲਿੰਗ ਪਾਰਟੀ ਦਾ ਹੋ ਸਕਦਾ, ਓਪੋਜੀਸ਼ਨ ਦਾ ਹੋ ਸਕਦਾ, ਜਿਹੜਾ ਵੀ ਮੈਂਬਰ ਕਾਉਂਸਲ ਆਫ ਮਿਨਿਸਟਰ ਦਾ ਪਾਰਟ ਨਹੀਂ ਹੈ, ਉਹਦੇ ਦੁਆਰਾ ਕੋਈ ਵੀ ਜੋ ਬਿੱਲ ਇੰਟਰੋਡਿਊਸ ਕੀਤਾ ਜਾਊ ਉਹਨੂੰ ਅਸੀਂ ਪ੍ਰਾਈਵੇਟ ਮੈਂਬਰਸ ਬਿੱਲ ਕਹਾਂਗੇ। ਐਂਡ ਜੋ ਸਾਡਾ ਯੂਨੀਫਾਰਮ ਸਿਵਲ ਕੋਡ ਹੈ ਜੀ ਦੈਟ ਇਜ਼ ਅੰਡਰ ਪ੍ਰੋਵਾਈਡਡ ਅੰਡਰ ਆਰਟੀਕਲ 44 ਆਫ ਦਾ ਕਨਸਟੀਟਿਊਸ਼ਨ ਅੰਡਰ DPSPs ਜੋ ਪਾਰਟ 4 ਦੇ ਵਿੱਚ ਗਿਵਨ ਨੇ। ਠੀਕ ਹੈ ਜੀ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀਜ਼ ਅਸੀਂ ਕਿਹੜੇ ਕੰਟਰੀ ਤੋਂ ਬੋਰੋ ਕੀਤੇ ਨੇ, ਇਹ ਵੀ ਕੁਐਸਚਨ, ਇਹ ਵੀ ਆਨਸਰ ਕਰੋ। ਦੈਟ ਦ ਡਾਇਰੈਕਟਿਵ ਪ੍ਰਿੰਸੀਪਲਸ which are incorporated in our constitution are borrowed from which country? ਉਸ ਕੰਟਰੀ ਦਾ ਨਾਮ ਦੱਸੋ ਜੀ। ਦੈਨ ਸਾਡਾ ਨੈਕਸਟ ਜੋ ਟੌਪਿਕ ਹੈ ਦੈਟ ਇਜ਼ ਇੰਡੀਆ ਚਾਈਨਾ ਬਾਰਡਰ ਸਟੈਂਡ ਆਫ। ਇਹਨੂੰ ਡਿਸਕਸ ਕਰਨ ਦਾ ਇੱਕ ਥੋੜਾ ਜਿਹਾ ਰੀਜ਼ਨ ਹੈ ਕਿ ਜਦੋਂ ਲਾਸਟ ਟਾਈਮ ਆਪਾਂ ਡਿਸਕਸ ਕੀਤਾ ਸੀ ਨਾ ਇਹਨੂੰ, ਉਹ ਰਿਕਾਰਡਡ ਲੈਕਚਰ ਸੀ ਤੇ ਉਹਦੇ 'ਚ ਥੋੜੀਆਂ ਬਹੁਤ ਮਿਸਟੇਕਸ ਮੈਨੂੰ ਲੱਗ ਰਿਹਾ, ਕੁਝ ਕਨਫਿਊਜ਼ਨ ਹੋ ਗਈ ਸੀ, ਉਹਦੇ ਕਰਕੇ ਹੀ ਆਪਾਂ ਇਹਨੂੰ ਡਿਸਕਸ ਕਰ ਰਹੇ ਹਾਂ ਦੁਬਾਰਾ ਅੱਜ ਦੇ, ਪਲੱਸ ਇਹਦੇ 'ਚ ਕੁਝ ਐਡਿਡ ਇਨਫੋਰਮੇਸ਼ਨ ਵੀ ਤੁਹਾਡੇ ਲਈ ਪ੍ਰੋਵਾਈਡ ਕੀਤੀ ਗਈ ਹੈ। ਪਹਿਲਾ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਸਟੇਟਮੈਂਟਸ ਆਰ ਕਰੈਕਟ ਅਬਾਊਟ ਇੰਡੀਆਜ਼ ਇੰਟਰਨੈਸ਼ਨਲ ਬਾਰਡਰ। ਠੀਕ ਹੈ ਜੀ, among its bordering nations India shares the longest territorial boundary with China। ਫਸਟ ਸਟੇਟਮੈਂਟ ਤੁਹਾਨੂੰ ਇਹ ਕਹੀ ਹੈ ਕਿ ਜੋ ਵੀ ਇੰਡੀਆ ਦੇ ਬਾਰਡਰਿੰਗ ਨੇਸ਼ਨਸ ਨੇ ਉਹਨਾਂ ਦੇ ਨਾਲ ਜੋ ਸਾਡੀ ਟੈਰੀਟੋਰੀਅਲ ਬਾਉਂਡਰੀ ਆ, ਉਸ ਸਾਰੇ ਨੇਸ਼ਨਸ ਦੇ ਵਿੱਚੋਂ ਸਭ ਤੋਂ ਲੰਬੀ ਜੇ ਸਾਡੀ ਟੈਰੀਟੋਰੀਅਲ ਬਾਉਂਡਰੀ ਆ ਉਹ ਚਾਈਨਾ ਦੇ ਨਾਲ ਆ। ਫਸਟ ਸਟੇਟਮੈਂਟ ਇਹ ਕਹਿੰਦੀ ਹੈ ਜੀ। ਸੈਕੰਡ ਸਟੇਟਮੈਂਟ ਮੈਕਮੋਹਨਸ ਲਾਈਨ ਫਾਰਮਸ ਇੰਡੀਆ ਚਾਈਨਾ ਬਾਰਡਰ ਇਨ ਦ ਵੈਸਟਰਨ ਸੈਕਟਰ ਆਫ ਲਾਈਨ ਆਫ ਐਕਚੁਅਲ ਕੰਟਰੋਲ। ਠੀਕ ਹੈ ਜੀ, ਤੁਸੀਂ ਦੱਸਣਾ ਦੋਨੋਂ ਠੀਕ ਨੇ ਕਿ ਇੱਕ ਠੀਕ ਹੈ। ਚਲੋ ਹੁਣ ਆਪਾਂ ਗੱਲ ਕਰੀਏ ਨਿਊਜ਼ ਬਿਕੋਜ਼ ਇੰਡੀਆ ਅਲੈਜਸ ਚਾਈਨਾ ਆਫ ਬਿਲਡਿੰਗ ਰੋਪਵੇ ਰੋਡਸ ਐਂਡ ਅਦਰ ਇਨਫਰਾਸਟਰਕਚਰ ਨੀਅਰ ਟਰਾਈ ਜੰਕਸ਼ਨ ਆਫ ਇੰਡੀਆ ਚਾਈਨਾ ਐਂਡ ਭੂਟਾਨ। ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਟਰਾਈ ਜੰਕਸ਼ਨ ਦੀ, ਇੰਡੀਆ ਚਾਈਨਾ ਭੂਟਾਨ ਦੀ, ਆਪਾਂ ਗੱਲ ਕੀਤੀ ਸੀ ਚਿਕਨਸ ਨੈਕ ਦੀ, ਆਪਾਂ ਗੱਲ ਕੀਤੀ ਸੀ ਸਿਲੀਗੁਰੀ ਕੋਰੀਡੋਰ ਦੀ, ਡੋਕਲਾਮ ਦੀ। ਤੇ ਕੱਲ ਦੀ ਗੱਲ ਹੈ ਕਿ ਇੰਡੀਆ ਨੇ ਅਲੈਜ ਕੀਤਾ, ਮਤਲਬ ਇਹਨਾਂ ਦੇ ਉੱਪਰ ਕਹਿ ਲਓ ਇੱਕ ਦੋਸ਼ ਲਾਇਆ ਕਿ ਚਾਈਨਾ ਜੋ ਟਰਾਈ ਜੰਕਸ਼ਨ ਦੇ ਨੇੜੇ ਇਨਫਰਾਸਟਰਕਚਰ ਡਿਵੈਲਪ ਕਰ ਰਿਹਾ, ਉਸ ਚੀਜ਼ ਨੂੰ ਉਹ ਦੋਸ਼ ਕਿਉਂ ਕਹਿ ਰਹੇ ਆਪਾਂ, ਬਿਕੋਜ਼ ਭੂਟਾਨ ਦਾ ਜੋ ਅੰਬੈਸਡਰ ਹੈ ਇੰਡੀਆ ਦੇ ਵਿੱਚ ਉਹਨਾਂ ਨੇ ਉਸ ਚੀਜ਼ ਨੂੰ ਨੇਗੇਟ ਕੀਤਾ ਕਿ ਇਦਾਂ ਦਾ ਕੁਝ ਨਹੀਂ ਹੈ। ਬਟ ਇੰਡੀਅਨ ਗਵਰਨਮੈਂਟ ਜਾਂ ਸਾਡੇ ਆਫੀਸ਼ੀਅਲ ਇਹ ਚੀਜ਼ ਕਹਿ ਰਹੇ ਨੇ ਕਿ ਉੱਥੇ ਡਿਵੈਲਪਮੈਂਟ ਹੋ ਰਹੀ ਹੈ। ਠੀਕ ਹੈ ਜੀ, ਟਰਾਈ ਜੰਕਸ਼ਨ is near the Doklam Plateau that saw face off in 27। ਨੇ ਤੁਹਾਨੂੰ ਦੱਸਿਆ ਸੀ ਕਿ 2017 ਦੇ ਵਿੱਚ ਡੋਕਲਾਮ ਦੇ ਨੇੜੇ ਵੀ ਇਹ ਫੇਸ ਆਫ ਦੇਖਿਆ ਗਿਆ ਸੀ, ਜਿੱਥੇ ਚਾਈਨਾ ਨੇ ਕੋਸ਼ਿਸ਼ ਕੀਤੀ ਸੀ ਟੂ ਇੰਟਰਫੇਅਰ ਇਨ ਭੂਟਾਨ ਐਂਡ ਇੰਡੀਆ ਭੂਟਾਨ ਦੀ ਸਾਈਡ ਤੋਂ ਚਾਈਨਾ ਦੇ ਅਗੇਂਸਟ ਉੱਥੇ ਖੜਾ ਹੋ ਗਿਆ ਸੀ। ਠੀਕ ਹੈ ਜੀ, ਦੈਨ ਆਪਾਂ ਜੇ ਗੱਲ ਕਰੀਏ ਸਾਡੇ ਉਹ
ਸੌਰੀ ਗਾਇਜ਼, ਇਹ ਮਾਈਕ 'ਚ ਨਾ ਕੋਈ ਥੋੜੀ ਜਿਹੀ ਪ੍ਰੋਬਲਮ ਸੀ। ਹੈਲੋ, ਹਾਂਜੀ ਆਵਾਜ਼ ਆ ਰਹੀ ਹੈ ਗਾਇਜ਼ ਹੁਣ? ਹਾਂਜੀ ਹੁਣ ਆ ਰਹੀ ਹੈ ਜੀ ਆਵਾਜ਼? ਸੌਰੀ ਯਾਰ, ਤੁਹਾਨੂੰ ਵਾਰ-ਵਾਰ ਨਾ ਇਹਦੇ ਕਰਕੇ ਵੇਟ ਕਰਨਾ ਪੈ ਰਿਹਾ। ਅੱਗੇ ਤੋਂ ਥੋੜ੍ਹਾ ਜਿਹਾ ਪਹਿਲਾਂ ਇਹਨੂੰ ਦੇਖ ਕੇ ਰੱਖਾਂਗੇ। ਹੁਣ ਦੇਖੋ, ਹੁਣ ਠੀਕ ਆ ਰਹੀ ਹੈ ਆਵਾਜ਼? ਹਾਂਜੀ ਕਰੀਏ ਜੀ ਸਟਾਰਟ ਆਪਾਂ, ਜੇ ਆਵਾਜ਼ ਆ ਰਹੀ ਹੈ ਤਾਂ। ਠੀਕ ਹੈ ਜੀ। ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਸੀ ਦਾ ਆਪਣੇ ਦਾ LAC ਦੇ ਜੋ ਸੈਕਟਰਸ ਨੇ, ਲਾਸਟ ਕਲਾਸ ਜਦੋਂ ਆਪਾਂ ਡਿਸਕਸ ਕੀਤਾ ਸੀ ਨਾ, ਸੈਂਟਰਲ ਤੇ ਈਸਟਰਨ ਸੈਕਟਰ ਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਹੋ ਗਈ ਸੀ, ਤਾਂ ਹੀ ਅੱਜ ਦੁਬਾਰਾ ਆਪਾਂ ਡਿਸਕਸ ਕਰ ਰਹੇ ਹਾਂ। ਸਾਡਾ ਜੋ LAC ਹੈ, ਇਹਨੂੰ 3 ਸੈਕਟਰ 'ਚ ਆਪਾਂ ਡਿਵਾਈਡ ਕੀਤਾ। ਵੈਸਟਰਨ ਸੈਕਟਰ ਜੋ ਲਦਾਖ ਏਰੀਆ ਦੇ ਨਾਲ ਹੈ, ਸੈਂਟਰਲ ਸੈਕਟਰ ਜੋ ਹਿਮਾਚਲ ਤੇ ਉੱਤਰਾਖੰਡ ਏਰੀਆ ਦੇ ਨਾਲ ਆ, ਤੇ ਸਾਡਾ ਈਸਟਰਨ ਸੈਕਟਰ ਹੈ ਸਿੱਕਿਮ ਤੇ ਅਰੁਣਾਚਲ ਪ੍ਰਦੇਸ਼ ਦੇ ਨਾਲ। ਠੀਕ ਹੈ ਜੀ। ਮੈਕਮੋਨ ਲਾਈਨ ਇਜ਼ ਪਾਰਟ ਆਫ ਈਸਟਰਨ ਸੈਕਟਰ, ਤੇ ਸਾਡਾ ਚਿਕਨਜ਼ ਨੈਕ ਵਾਲਾ ਜੋ ਏਰੀਆ ਉਹ ਵੀ ਈਸਟਰਨ ਸੈਕਟਰ ਦੇ ਨੇੜੇ ਆਉਂਦਾ। ਤੇ ਸੈਂਟਰਲ ਸੈਕਟਰ ਦੇ ਵਿੱਚ ਕੋਈ ਬਹੁਤ ਵੱਡਾ ਸਾਡਾ ਡਿਸਪਿਊਟ ਚਾਈਨਾ ਦੇ ਨਾਲ ਨਹੀਂ ਹੈ। ਜ਼ਿਆਦਾ ਡਿਸਪਿਊਟ ਸਾਡਾ ਵੈਸਟਰਨ ਸੈਕਟਰ ਦੇ ਵਿੱਚ ਹੈ, ਜਿੱਥੇ ਐਕਸਾਈ ਚਿਨ ਰੀਜਨ ਹੈ। ਤੇ ਫਿਰ ਉਦੋਂ ਬਾਅਦ ਸਾਡਾ ਡਿਸਪਿਊਟ ਹੈ ਅਰੁਣਾਚਲ ਪ੍ਰਦੇਸ਼ ਵਾਲੇ ਸੈਕਟਰ ਦੇ ਵਿੱਚ, ਜਿੱਥੇ ਜਿਹਨੂੰ ਅਸੀਂ ਈਸਟਰਨ ਸੈਕਟਰ ਕਹਿੰਦੇ ਹਾਂ। ਠੀਕ ਹੈ ਜੀ। ਜਿੱਥੇ ਹੁਣ ਰੀਸੈਂਟਲੀ ਡਿਸਪਿਊਟ ਜੋ ਸਾਡਾ ਫੇਸ ਆਫ ਹੋਇਆ ਸੀ, ਉਹ ਈਸਟਰਨ ਸੈਕਟਰ ਦੇ ਵਿੱਚ ਹੋਇਆ ਸੀ। ਠੀਕ ਹੈ ਜੀ। ਤੇ ਹੁਣ ਆਪਾਂ ਕੁਐਸਚਨ ਜੋ ਤੁਹਾਡੇ ਲਈ ਸੀਗਾ, ਫਸਟ ਸੀਗਾ, ਅਮੰਗ ਇਟਸ ਬਾਰਡਰਿੰਗ ਨੇਸ਼ਨਸ ਇੰਡੀਆ ਸ਼ੇਅਰਸ ਦਾ ਲੌਂਗੈਸਟ ਟੈਰੀਟੋਰੀ ਬਾਉਂਡਰੀ ਵਿਦ ਚਾਈਨਾ। ਨਹੀਂ, ਇਹ ਸਟੇਟਮੈਂਟ ਗਲਤ ਹੈ ਜੀ। ਇੱਕ ਬੱਚੇ ਨੇ ਤਾਂ ਆਨਸਰ ਠੀਕ ਕੀਤਾ, ਮਨਦੀਪ ਨੇ, ਵੈਰੀ ਗੁੱਡ, ਠੀਕ ਆਨਸਰ ਕੀਤਾ ਜੀ। ਬੰਗਲਾਦੇਸ਼ ਦੇ ਨਾਲ ਸਾਡਾ ਲਾਰਜੈਸਟ ਬਾਰਡਰ ਹੈ। ਤੇ ਸੈਕੰਡ ਸਟੇਟਮੈਂਟ ਹੈ ਮੈਕਮੋਨ ਲਾਈਨ ਫਾਰਮਸ ਇੰਡੀਆ ਚਾਈਨਾ ਬਾਰਡਰ ਇਨ ਦਾ ਵੈਸਟਰਨ ਸੈਕਟਰ। ਇਹ ਵੀ ਗਲਤ ਹੈ, ਵੈਸਟਰਨ ਨਹੀਂ, ਇਹ ਈਸਟਰਨ ਸੈਕਟਰ ਦੇ ਵਿੱਚ ਫਾਰਮ ਕਰਦੀ ਹੈ। ਠੀਕ ਹੈ ਜੀ। ਧਿਆਨ ਰੱਖਿਓ, ਦੋਨੋਂ ਸਟੇਟਮੈਂਟਸ ਗਲਤ ਨੇ ਇਹ। ਦੈਨ ਸਾਡਾ ਜੋ ਨੈਕਸਟ ਟੌਪਿਕ ਹੈ, ਦੈਟ ਇਜ਼ ਜਿਓਗ੍ਰਾਫੀਕਲ ਇੰਡੀਕੇਟਰ ਟੈਗ। ਉਹਦੇ ਲਈ ਤੁਹਾਨੂੰ ਜੋ ਕੁਐਸਚਨ ਹੈ, ਦੈਟ ਇਜ਼ which of the following statement or statements are correct about GI tag? At international level, GI tag is governed and directed by WTO agreement on
ट्रेड रिलेटेड एस्पेक्ट्स ऑफ इंटेलेक्चुअल प्रॉपर्टी राइट्स, ठीक है जी, फर्स्ट स्टेटमेंट। सेकंड स्टेटमेंट इज जीआई टैग्स इन इंडिया आर गिवन बाय द ऑफिस ऑफ कंट्रोलर जनरल ऑफ पेटेंट्स, डिजाइंस एंड ट्रेडमार्क्स अंडर मिनिस्ट्री ऑफ एनवायरनमेंट, फॉरेस्ट एंड क्लाइमेट चेंज। थर्ड, बोथ स्टेटमेंट्स आर करैक्ट। फोर्थ, बोथ स्टेटमेंट्स आर रॉन्ग। तुसीं दसना ना जो किहड़ियां स्टेटमेंट्स ठीक ने, किहड़ियां स्टेटमेंट्स गलत ने विद रिस्पेक्ट टू जीआई टैग। वाई इन न्यूज़ recently 5 agricultural products from Kerala are being given are given the GI tag, ठीक है जी। केरल ਦੇ 5 एग्रीकल्चरल प्रोडक्ट्स ने जिन्हां ਨੂੰ GI टैग ਦਿੱਤਾ ਗਿਆ। ਉਹ ਨਾਮ ਯਾਦ ਰੱਖਣੇ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈ ਕਿਉਂਕਿ ਨਾਂ ਥੋੜੇ ਜੇ ਉਹਨਾਂ ਦੀ ਲੋਕਲ ਲੈਂਗੁਏਜ ਦੇ ਵਿੱਚ ਨੇ ਉਹ, ਬਟ ਇੰਨਾ ਕੁ ਧਿਆਨ ਰੱਖਿਓ ਕਿ ਕੇਰਲ ਦੇ ਵਿੱਚੋਂ ਨੇ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਨਾ ਆਟਾਪਾਡੀ, ਇਹ ਕੇਰਲ ਦੀ ਇੱਕ ਡਿਸਟ੍ਰਿਕਟ ਦਾ ਨਾਂ ਹੈ। ਕੇਰਲ ਦਾ ਇੱਕ ਏਰੀਆ ਹੈਗਾ ਉਹਨੂੰ ਕਹਿੰਦੇ ਆ ਆਟਾਪਾਡੀ, ਠੀਕ ਹੈ ਜੀ। ਉੱਥੋਂ ਦੇ ਜਿਵੇਂ ਜ਼ਿਆਦਾਤਰ ਆਤਾਪਦੀ ਅਵਾਰਾ ਜਿਹੜਾ ਵੀਨਸ ਨੇ, ਉੱਦਾਂ ਆਤਾਪਦੀ ਥੁਬਾਰਾ ਰੈੱਡ ਗ੍ਰਾਮ ਹੈ, ਦੈਨ ਉਸੇ ਤਰ੍ਹਾਂ ਉਹਨਾਂ ਤੁਕਾਰਾ ਏਲੂ ਉੱਥੋਂ ਦਾ ਸੀਜ਼ਮ, ਠੀਕ ਹੈ ਜੀ। ਦੈਨ ਆਪਣੇ ਕੋਲ ਇੱਕ ਗਾਰਲਿਕ ਹੈ, ਦੈਨ ਸਨੈਪ ਮੈਲਨ ਹੈ। 5 ਵੈਰਾਈਟੀਜ਼ ਨੇ, ਪ੍ਰੋਡਕਟਸ ਨੇ ਜਿਨ੍ਹਾਂ ਨੂੰ GI ਟੈਗ ਦਿੱਤਾ ਗਿਆ, ਕੇਰਲ ਦੇ ਨੇ ਇਹ। ਸਾਡੇ ਲਈ ਜ਼ਿਆਦਾ ਇੰਪੋਰਟੈਂਟ ਕੀ ਹੈ ਕਿ GI ਟੈਗ ਹੈ ਕੀ, ਉਹਨੂੰ ਕਿਹੜੀ ਬੋਡੀ ਆ ਸਾਡੇ ਇੰਡੀਆ ਦੇ ਵਿੱਚ ਜਿਹੜੀ GI ਟੈਗ ਸਰਟੀਫਾਈ ਕਰਦੀ ਹੈ ਪ੍ਰੋਡਕਟਸ ਨੂੰ। What is a geographical indicator? Geographical indicator is a tag given to a certain product ਜਿਹੜਾ ਕਿਸੇ ਜਿਹਦੇ 'ਚ ਕੁਝ ਸਪੈਸੀਫਿਕ ਕੁਆਲਿਟੀਜ਼ ਨੇ ਤੇ ਕੋਈ ਪਰਟੀਕੂਲਰ ਜਿਓਗ੍ਰਾਫੀਕਲ ਏਰੀਆ ਦੇ ਵਿੱਚ ਹੀ ਉਹ ਪਾਇਆ ਜਾਂਦਾ, ਠੀਕ ਹੈ ਜੀ। ਉਹਨੂੰ ਅਸੀਂ GI ਟੈਗ ਦਿੰਦੇ ਹਾਂ। It is a tag given to goods having a special characteristics originating from a definite geographical region, ਠੀਕ ਹੈ। ਇੱਕ ਪਰਟੀਕੂਲਰ ਰੀਜਨ ਦੇ ਵਿੱਚ ਸਾਨੂੰ ਇਹ ਮਿਲਦੇ ਨੇ। इट इज़ मेनली एन एग्रीकल्चरल, नैचुरल और मैन्युफैक्चर्ड प्रोडक्ट। ये कोई एग्रीकल्चरल प्रोडक्ट हो सकता जिमें असीं गल करते हैं दार्जिलिंग टी की, जां असीं गल कर लीए बासमती राइस की, ठीक है जी, जां कुछ ब्लैक राइस है एक, है ना। उस तरह जिमें हुण GI टैग जो आपां केरल के विचों 5 प्रोडक्ट्स दिते ने एग्रीकल्चरल प्रोडक्ट्स हो गए। दैन साडे कोल हो गए नैचुरल, जो नैचुरली कोई चीज़ किते ग्रो हो रही है। दैन उदों बाद आपां गल कर लीए मैन्युफैक्चर्ड प्रोडक्ट्स, जिद्दां कोई स्वीडिश आ, ਜਿੱਦਾਂ ਰਸਗੁੱਲਾ ਹੈ ਨਾ, ਉੜੀਸਾ ਦੇ ਵਿੱਚ ਹੈ, ਜਾਂ ਵੈਸਟ ਬੰਗਾਲ ਦਾ ਵੀ ਹੈ, ਦੋਨਾਂ ਦੇ ਅਲੱਗ-ਅਲੱਗ ਦਿੱਤੇ ਨੇ ਉਹ। ਉਸੇ ਤਰ੍ਹਾਂ ਕੁਝ ਹੋਰ ਆਪਣੇ ਕੋਲੇ ਜਿੱਦਾਂ ਪੰਜਾਬ ਦੇ ਵਿੱਚੋਂ ਫੁਲਕਾਰੀ ਹੈ ਇੱਕ, ਉਹ ਆਪਣੇ ਕੋਲੇ ਮੈਨੂਫੈਕਚਰਡ ਪ੍ਰੋਡਕਟ ਆ ਜਿਹਨੂੰ ਹੈ ਨਾ ਆਪਾਂ ਐਮਬਰਾਇਡਰੀ ਦਾ ਪਾਰਟ ਆ, ਸਾਡੇ ਐਮਬਰਾਇਡਰੀ ਦਾ ਹਿੱਸਾ ਉਹ ਤੇ ਸਾਡੇ ਕਲਚਰ ਦਾ ਪਾਰਟ ਹੈ ਨਾ, ਤੇ ਉਹਨੂੰ ਅਸੀਂ GI ਟੈਗ ਦਿੱਤਾ, ਉਹ ਮੈਨੂਫੈਕਚਰਡ ਪ੍ਰੋਡਕਟਸ ਦੀ ਕੈਟਾਗਰੀ ਦੇ ਵਿੱਚ ਆ ਗਿਆ। ਦੈਨ ਲੀਗਲ ਪ੍ਰੋਵੀਜ਼ਨਸ ਕੀ ਨੇ GI ਟੈਗਸ ਦੇ ਲਈ? ਕੋਈ ਪਰਟੀਕੂਲਰ ਪਾਰਲੀਮੈਂਟ ਨੇ ਕੋਈ ਪਰਟੀਕੂਲਰ ਐਕਟ ਇਨੈਕਟ ਕੀਤਾ ਜਿਹਦੇ ਅੰਡਰ GI ਟੈਗਸ ਦਿੱਤੇ ਜਾਂਦੇ ਨੇ। ਡੈਫੀਨੇਟਲੀ ਜੀ ਐਕਟ ਹੈ, ਟੈਗ ਇਜ਼ ਪ੍ਰੋਵਾਈਡਡ ਅੰਡਰ ਜਿਓਗ੍ਰਾਫੀਕਲ ਇੰਡੀਕੇਸ਼ਨਸ ਆਫ ਗੁੱਡਸ ਰਜਿਸਟ੍ਰੇਸ਼ਨ ਐਂਡ ਪ੍ਰੋਟੈਕਸ਼ਨ ਐਕਟ 1999। ਇਹ ਸਾਡਾ ਐਕਟ ਹੈ ਜਿਹਦੇ ਅੰਡਰ ਇਹ ਪ੍ਰੋਡਕਟਸ ਨੂੰ ਅਸੀਂ ਟੈਗ ਦਿੰਦੇ ਹਾਂ, ਠੀਕ ਹੈ ਜੀ। ਦੈਨ ਜੇ ਆਪਾਂ ਗੱਲ ਕਰੀਏ ਇੰਟਰਨੈਸ਼ਨਲ ਲੈਵਲ ਦੀ, at international level such tags are governed and directed by WTO agreement on TRIPS, ठीक है जी। WTO agreement on TRIPS ਉਹਦੇ ਅੰਡਰ ਇੰਟਰਨੈਸ਼ਨਲ ਲੈਵਲ ਤੇ ਟੈਗਸ ਨੇ ਜਿਹੜੇ ਗਵਰਨ ਕੀਤੇ ਜਾਂਦੇ ਨੇ। ਦੈਨ ਆਲਸੋ ਆਰਟੀਕਲ 1 and 10 ਆਫ ਪੈਰਿਸ ਕਨਵੈਨਸ਼ਨ, ਵੈਰੀ ਇੰਪੋਰਟੈਂਟ। ਪੈਰਿਸ ਕਨਵੈਨਸ਼ਨ ਹੈ ਜੋ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਦੀ ਗੱਲ ਕਰਦੀ ਹੈ, ਉਹਦੇ ਆਰਟੀਕਲ 1 ਐਂਡ ਆਰਟੀਕਲ 10 ਉਹ ਵੀ GI ਟੈਗਸ ਬਾਰੇ ਗੱਲ ਕਰਦੇ ਨੇ, ਠੀਕ ਹੈ ਜੀ। ਧਿਆਨ ਰੱਖਿਓ ਇੰਟਰਨੈਸ਼ਨਲ ਲੈਵਲ ਤੇ ਦੋ ਚੀਜ਼ਾਂ ਨੇ, WTO ट्रिप्स एग्रीमेंट एंड पेरिस कन्वेंशन जो प्रोटेक्शन ऑफ इंटैलेक्चुअल प्रॉपर्टी राइट्स एंड जियोग्राफिकल इंडिकेशंस दे लई है, ठीक है। ये कई बार कन्वेंशन भी पूछ लेंगे ने भी पेरिस कन्वेंशन कादे नाल कंसर्नड है। इट टॉक्स अबाउट जियोग्राफिकल इंडिकेटर्स। दैन वैलिडिटी ऑफ द टैग, जदों किसी एक प्रोडक्ट नूं टैग दिता जाता ਉਹ ਟੈਗ ਲਾਈਫ ਟਾਈਮ ਲਈ ਵੈਲਿਡ ਹੁੰਦਾ ਜਾਂ ਕੁਝ ਪਰਟੀਕੂਲਰ ਟਾਈਮ ਪੀਰੀਅਡ ਹੁੰਦਾ ਜਾਂ ਉਹਨੂੰ ਰਿਨਿਊ ਕਰਾਉਣਾ ਪੈਂਦਾ ਜਾਂ ਨਹੀਂ ਕਰਾਉਣਾ ਪੈਂਦਾ, ਉਹ ਕੀ ਹੈ? ਜਦੋਂ ਕਿਸੇ ਵੀ ਪ੍ਰੋਡਕਟ ਨੂੰ ਇੱਕ ਵਾਰੀ ਟੈਗ ਦੇਤਾ ਤਾਂ ਉਹ ਟੈਗ 10 ਸਾਲਾਂ ਲਈ ਵੈਲਿਡ ਆ ਇੰਡੀਆ ਦੇ ਵਿੱਚ, ਜੇ ਆਪਾਂ ਇੰਡੀਆ ਦੇ ਜਿਓਗ੍ਰਾਫੀਕਲ ਇੰਡੀਕੇਟਰਸ ਦੀ ਗੱਲ ਕਰ ਰਹੇ ਹਾਂ, ਤੇ ਉਹਦੇ ਬਾਅਦ ਉਹਨਾਂ ਨੂੰ ਆਪਾਂ ਰਿਨਿਊ ਵੀ ਕਰਵਾ ਸਕਦੇ ਹਾਂ, ਠੀਕ ਹੈ ਜੀ। ਦੈਨ ਇਟ ਇਜ਼ ਗਿਵਨ ਬਾਏ, ਇੰਡੀਆ ਦੇ ਵਿੱਚ GI ਟੈਗਸ ਆ ਕੌਣ ਪ੍ਰੋਵਾਈਡ ਕਰਦਾ ਜੀ? GI ਟੈਗਸ ਇਨ ਇੰਡੀਆ ਆਰ ਗਿਵਨ ਬਾਏ ਆਫਿਸ ਆਫ ਕੰਟਰੋਲਰ ਜਨਰਲ ਆਫ ਪੇਟੈਂਟਸ, डिजाइनस एंड ट्रेडमार्क्स, ये ऑफिस का नाम हो गया। ये काम करता जी अंडर DPIIT, डिपार्टमेंट फॉर प्रमोशन ऑफ इन्वेस्टमेंट एंड इंटरनल ट्रेड। DPIIT इज पार्ट ऑफ इज अंडर मिनिस्ट्री ऑफ कॉमर्स एंड इंडस्ट्री, ठीक है। जे तुहानूं पुछया जाए कि ऑफिस ऑफ कंट्रोलर जनरल ऑफ पेटेंट्स, डिजाइनस एंड ट्रेडमार्क्स इज अंडर DPIIT, वो ठीक है। जे तुहानूं सीधा कह दिता जाए कि इट कम्स अंडर मिनिस्ट्री ऑफ कॉमर्स एंड इंडस्ट्री, तो वह भी ठीक है, ठीक है जी।
ਦੈਨ ਇੰਪੋਰਟੈਂਸ ਆਫ GI ਟੈਗਿੰਗ। ਇਹਦੇ ਜੇ ਕਿਸੇ ਪ੍ਰੋਡਕਟ ਨੂੰ ਆਪਾਂ GI ਟੈਗ ਦਿੰਦੇ ਉਹਦੇ ਕੀ ਬੈਨੀਫਿਟਸ ਨੇ? ਪਹਿਲੀ ਗੱਲ ਤਾਂ ਇੱਕ ਲੀਗਲ ਪ੍ਰੋਟੈਕਸ਼ਨ ਪ੍ਰੋਵਾਈਡ ਕਰਦਾ ਉਹਨਾਂ ਨੂੰ, ਠੀਕ ਹੈ ਜੀ। ਕਿਸੇ ਵੀ ਪ੍ਰੋਡਕਟ ਨੂੰ ਲੀਗਲ ਪ੍ਰੋਟੈਕਸ਼ਨ ਪ੍ਰੋਵਾਈਡ ਕਰ ਦਿੰਦੇ ਨੇ ਤਾਂ ਸੋ ਦੈਟ ਉਹਨਾਂ ਦਾ ਕੋਈ ਮਿਸਯੂਜ਼ ਨਹੀਂ ਕਰ ਸਕਦਾ, ਕੋਈ ਅਨਆਥੈਂਟੀਕੇਟਡ ਪਰਸਨ ਉਹਨਾਂ ਨੂੰ ਕਹਿ ਲਓ ਉਹਨਾਂ ਦੀ ਮਾਰਕੀਟਿੰਗ ਨਹੀਂ ਕਰ ਸਕਦਾ। provides legal protection against unauthorized use, then no person or company it prevents person or company from selling similar products under that name। ਉੱਦਾਂ ਦੇ ਨਾਂ ਦੇ ਕੋਈ ਹੋਰ ਪ੍ਰੋਡਕਟ ਕਹਿ ਲਓ ਵੀ ਸਿਮਿਲਰ ਪ੍ਰੋਡਕਟ ਉਸੇ ਨਾਮ ਦੇ ਅੰਡਰ ਕੋਈ ਹੋਰ ਪਰਸਨ ਜਾਂ ਹੋਰ ਐਂਟੀਟੀ ਜਾਂ ਕੰਪਨੀ ਨਹੀਂ ਵੇਚ ਸਕਦੀ। ਦੈਨ ਆਥੈਂਟਿਸਿਟੀ, ਜੇ ਕਿਸੇ ਆਪਾਂ ਪ੍ਰੋਡਕਟ ਨੂੰ GI ਟੈਗ ਮਿਲਿਆ ਹੋਇਆ ਤਾਂ ਉਹ ਇੱਕ ਆਥੈਂਟਿਸਿਟੀ ਨੂੰ ਵੀ ਉਹਦੀ ਨੂੰ ਕਹਿ ਲਓ ਡਿਫਾਈਨ ਕਰਦਾ। ਦੈਨ ਐਕਸਪੋਰਟ ਪ੍ਰਮੋਸ਼ਨ ਦੇ ਵਿੱਚ ਵੀ ਹੈਲਪ ਕਰੂਗਾ, ਕਿਉਂਕਿ ਜੇ ਕਿਸੇ ਪ੍ਰੋਡਕਟ ਨੂੰ GI ਟੈਗ ਦਿੱਤਾ ਤਾਂ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਉਹਦੀ ਵੈਲਿਊ ਵੱਧ ਜਾਂਦੀ ਆ, ਡਿਮਾਂਡ ਵੱਧ ਜਾਂਦੀ ਆ, ਤਾਂ ਐਕਸਪੋਰਟ ਪ੍ਰਮੋਸ਼ਨ ਉਹਦੇ ਨਾਲ ਹੁੰਦਾ, ਠੀਕ ਹੈ ਜੀ। ਦੈਨ ਦਾਰਜਲਿੰਗ ਟੀ ਵਾਜ਼ ਦਾ ਫਸਟ GI ਟੈਗ ਪ੍ਰੋਡਕਟ ਇਨ ਇੰਡੀਆ। ਸਾਡਾ ਜੋ ਫਸਟ ਪ੍ਰੋਡਕਟ ਸੀ ਜਿਹਨੂੰ GI ਟੈਗ ਦਿੱਤਾ ਸੀ ਦੈਟ ਵਾਜ਼ ਦਾਰਜਲਿੰਗ ਟੀ। ਦੈਨ ਜਿਓਗ੍ਰਾਫੀਕਲ ਇੰਡੀਕੇਸ਼ਨਸ ਰਜਿਸਟਰੀ, ਜੋ ਇੰਡੀਆ ਦੀ ਜਿਓਗ੍ਰਾਫੀਕਲ ਇੰਡੀਕੇਸ਼ਨਸ ਰਜਿਸਟਰੀ ਹੈ ਉਹ ਕਿੱਥੇ ਲੋਕੇਟਡ ਹੈ ਜੀ? ਉਹ ਲੋਕੇਟਡ ਹੈ ਚੇਨਈ ਦੇ ਵਿੱਚ। ਵੈਰੀ ਇੰਪੋਰਟੈਂਟ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ। ਇਟ ਇਜ਼ ਲੋਕੇਟਡ ਇਨ ਚੇਨਈ। ਦੈਨ ਰਿਲੇਟਡ ਨਿਊਜ਼, ਵੈਰੀ ਇੰਪੋਰਟੈਂਟ, ਇਹ ਬਹੁਤ ਇੰਪੋਰਟੈਂਟ ਹੈ। ਨਿਹੋਂਸ਼ੂ, ਨਿਹੋਂਸ਼ੂ ਕੀ ਹੈ? ਨਿਹੋਂਸ਼ੂ ਇੱਕ ਜਾਪਾਨ ਦਾ ਐਲਕੋਹਲਿਕ ਬੇਵਰੇਜ ਆ, ਠੀਕ ਹੈ ਜੀ, ਜਿਹਦੇ ਲਈ GI ਟੈਗ ਦੇ ਲਈ ਇਹਨਾਂ ਨੇ ਸਾਡੀ GI ਰਜਿਸਟਰੀ ਜੋ ਚੇਨਈ ਦੇ ਵਿੱਚ ਆ ਉਹਨਾਂ ਕੋਲੇ ਐਪਲੀਕੇਸ਼ਨ ਫਾਈਲ ਕੀਤੀ ਆ ਰੀਸੈਂਟਲੀ ਅਕਤੂਬਰ ਦੇ ਵਿੱਚ। ਇਹ ਐਪਲੀਕੇਸ਼ਨ ਫਾਈਲ ਕੀਤੀ ਗਈ ਆ ਬਾਈ ਜਾਪਾਨ। ਨਿਹੋਂਸ਼ੂ ਜਾਪਾਨ ਦਾ ਇੱਕ ਐਲਕੋਹਲਿਕ ਬੇਵਰੇਜ ਹੈ ਫਰੋਮ ਜਾਪਾਨ। ਇਟ ਇਜ਼ ਦਾ ਫਸਟ ਟਾਈਮ, ਇਹ ਪਹਿਲੀ ਵਾਰੀ ਹੋਇਆ that a product from Japan has filed for a GI tag at GI registry in Chennai। very important, ਇਹ ਪਤਾ ਹੋਣਾ ਚਾਹੀਦਾ, ਤੁਹਾਨੂੰ ਪੁੱਛਿਆ ਜਾ ਸਕਦਾ। ਨਿਹੋਂਸ਼ੂ ਇੱਕ ਬਾਹਰਲੀ ਕੰਟਰੀ ਦਾ ਪ੍ਰੋਡਕਟ ਹੈ, ਜਾਪਾਨ ਦਾ ਪ੍ਰੋਡਕਟ ਹੈ, ਇੰਡੀਆ ਦੇ ਵਿੱਚ GI ਟੈਗ ਦੇ ਲਈ ਇਹਨਾਂ ਨੇ ਫਾਈਲ ਕੀਤਾ, ਐਪਲੀਕੇਸ਼ਨ ਫਾਈਲ ਕੀਤੀ ਹੈ, ਠੀਕ ਹੈ। ਤੇ ਹੁਣ ਆਪਾਂ ਗੱਲ ਕਰੀਏ ਸਾਡੇ ਕੁਐਸਚਨ ਦੀ। ਫਸਟ ਸਟੇਟਮੈਂਟ ਸੀ at international level GI tag is governed and directed by WTO agreement on trade related aspects on intellectual property rights। ਇਹ ਸਟੇਟਮੈਂਟ ਠੀਕ ਹੈ ਜੀ, ਫਸਟ ਸਟੇਟਮੈਂਟ ਇਜ਼ ਕਰੈਕਟ, ਠੀਕ ਹੈ ਜੀ। ਦੈਨ ਨੈਕਸਟ GI tags in India are given by the Office of Controller General। ਇਹ ਠੀਕ ਹੈ, ਆਫਿਸ ਠੀਕ ਹੈ, ਬਟ ਇੱਥੇ ਮਿਨਿਸਟਰੀ ਗਲਤ ਹੈ ਜੀ। ਮਿਨਿਸਟਰੀ ਆਫ ਇਨਵਾਇਰਨਮੈਂਟ ਨਹੀਂ ਹੈ, ਮਿਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ ਹੈ, ਠੀਕ ਹੈ। ਸੋ ਇਹ ਸਟੇਟਮੈਂਟ ਸਾਡੀ ਗਲਤ ਹੋ ਗਈ, ਮਿਨਿਸਟਰੀ ਆਫ ਇਨਵਾਇਰਨਮੈਂਟ ਨਹੀਂ ਹੈ, ਇੱਥੇ ਮਿਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ, ਠੀਕ ਹੈ ਜੀ। ਤੇ ਉਹਦੇ ਅੰਡਰ ਡਿਪਾਰਟਮੈਂਟ ਫਾਰ ਪ੍ਰਮੋਸ਼ਨ ਆਫ ਇਨਵੈਸਟਮੈਂਟ ਐਂਡ ਇੰਟਰਨਲ ਟ੍ਰੇਡ DPIIT ਉਹਦੇ ਅੰਡਰ ਕੰਮ ਕਰਦਾ ਇਹ। ਸੋ ਓਨਲੀ ਵਨ ਸਟੇਟਮੈਂਟ ਇਜ਼ ਕਰੈਕਟ। ਤੇ ਫਿਰ ਸਾਡਾ ਅੱਜ ਦਾ ਜੋ ਲਾਸਟ ਟੌਪਿਕ ਹੈ ਦੈਟ ਇਜ਼ ਅਸ਼ਟਾਧਿਆਈ। ਵੈਰੀ ਇੰਪੋਰਟੈਂਟ, ਇਹ ਸਾਡੇ ਕਲਚਰ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਹੈ ਜੀ। ਹਿਸਟਰੀ ਦੇ ਵਿੱਚ ਜਦੋਂ ਐਂਸ਼ੀਅੰਟ ਹਿਸਟਰੀ ਆਪਾਂ ਡਿਟੇਲ 'ਚ ਪੜ੍ਹਾਂਗੇ ਉਹਦੇ 'ਚ ਇਹਦੇ ਬਾਰੇ ਗੱਲ ਕਰਾਂਗੇ ਅਸ਼ਟਾਧਿਆਈ, ਬਟ ਰੀਸੈਂਟਲੀ ਇਟ ਵਾਜ਼ ਇਨ ਨਿਊਜ਼, ਤਾਂ ਕਰਕੇ ਇਹਦੇ ਬਾਰੇ ਸਾਨੂੰ ਡਿਸਕਸ ਕਰਨਾ ਜ਼ਰੂਰੀ ਹੋ ਜਾਂਦਾ ਸਾਡੇ ਲਈ। ਤੇ ਕੁਐਸਚਨ ਕੀ ਹੈ ਜੀ? ਚੂਜ਼ ਦ ਕਰੈਕਟ ਸਟੇਟਮੈਂਟ ਫਰੋਮ ਫੋਲੋਇੰਗ ਵਨਸ। ਅਸ਼ਟਾਧਿਆਈ ਇੰਡੀਆਜ਼ ਫਸਟ ਬੁੱਕ ਔਨ ਗ੍ਰਾਮਰ was written by Patanjali। first statement ਤੁਹਾਨੂੰ ਇਹ ਕਹਿ ਰਹੀ ਹੈ। second statement Mahabhashya a commentary on Ashtadhyayi was written by Panini। ਤੁਸੀਂ ਦੱਸਣਾ ਦੋਨੋਂ ਠੀਕ ਨੇ ਕਿ ਦੋਨੋਂ ਗਲਤ ਨੇ। ਜੇ ਨਹੀਂ ਪਤਾ ਤਾਂ ਇਹ ਸਾਡੀ ਡਿਸਕਸ਼ਨ ਦੇ ਵਿੱਚ ਇਹ ਤੁਹਾਨੂੰ ਪਤਾ ਲੱਗ ਜੂਗਾ ਇਹਦੇ ਬਾਰੇ, ਠੀਕ ਹੈ। why is in news 25-year-old grammatical puzzle। ਇਹ ਅਸ਼ਟਾਧਿਆਈ ਦੇ ਵਿੱਚੋਂ ਕਹਿ ਲਓ ਇੱਕ ਗ੍ਰਾਮੈਟੀਕਲ ਪਜ਼ਲ ਸੀ which was proposed by Panini। ਉਸ ਗ੍ਰਾਮੈਟੀਕਲ ਪਜ਼ਲ ਨੂੰ ਰੀਸੈਂਟਲੀ ਇੱਕ ਇੰਡੀਅਨ ਓਰੀਜਨ ਦੇ ਸਟੂਡੈਂਟ ਜਿਹਦਾ ਨਾਮ ਹੈ ਰਿਸ਼ੀ ਰਾਜਪੋਪਟ, ਉਹਨਾਂ ਨੇ ਉਸ ਪਜ਼ਲ ਨੂੰ ਸੋਲਵ ਕੀਤਾ, ਠੀਕ ਹੈ ਜੀ, ਤਾਂ ਕਰਕੇ ਨਿਊਜ਼ ਦੇ ਵਿੱਚ ਸੀ। ਰਿਸ਼ੀ ਰਾਜਪੋਪਟ ਐਨ ਇੰਡੀਅਨ ਸਟੂਡੈਂਟ ਐਟ ਯੂਨੀਵਰਸਿਟੀ ਆਫ ਕੈਂਬਰਿਜ, ਠੀਕ ਹੈ। ਦੈਨ ਆਪਾਂ ਗੱਲ ਕਰੀਏ ਹੂ ਇਜ਼ ਪਾਨਿਨੀ। ਪਾਨਿਨੀ ਕੌਣ ਹੈ ਜੀ? ਪਾਨਿਨੀ ਨੂੰ ਅਸੀਂ ਫਾਦਰ ਆਫ ਗ੍ਰਾਮਰ ਮੰਨਦੇ ਹਾਂ ਇਨ ਇੰਡੀਆ। Panini is considered as father of grammar in India। He is also considered as father of linguistics। ਭਾਸ਼ਾ ਵਿਗਿਆਨ ਦੇ ਪਿਤਾਮਾ ਵੀ ਮੰਨਦੇ ਆ ਆਪਾਂ ਪਾਨਿਨੀ ਨੂੰ। He was a Sanskrit grammarian, philologist and a scholar in ancient India। ਜਦੋਂ ਆਪਾਂ ancient India ਦੀ ਗੱਲ ਕਰਦੇ ਆ ਨਾ 6th century BC to 4th century BC ਵਾਲਾ ਜੋ ਪੀਰੀਅਡ ਆ, ਉਸ ਪੀਰੀਅਡ ਦੇ ਵਿੱਚ ਮੰਨਿਆ ਜਾਂਦਾ ਕਿ ਪਾਨਿਨੀ ਰਿਸ਼ੀ ਜੀ ਉਸ ਪੀਰੀਅਡ ਨੂੰ ਬਿਲੋਂਗ ਕਰਦੇ ਨੇ। ਤੇ ਇਹ ਫਿਲੋਸਫਰ ਸੀ, ਇਹ
ग्रामेरियन सी, देन एक स्कॉलर सी, ठीक है। फेमस वर्क ऑफ पाणिनि इज अष्टाध्यायी, वेरी इंपॉर्टेंट, अ संस्कृत ग्रामर। ਇਹਨੂੰ ਅਸੀਂ ਇੰਡੀਆ ਦੀ ਫਸਟ ਗ੍ਰਾਮਰ ਦੀ ਬੁੱਕ ਵੀ ਕੰਸੀਡਰ ਕਰਦੇ ਹਾਂ। ਅਸ਼ਟਾਧਿਆਈ, ਇਟ ਵਾਜ਼ ਰਿਟਨ ਬਾय ਪਾਣਿਨੀ, ਠੀਕ ਹੈ ਜੀ। ਦੈਨ ਇਸ ਬੁੱਕ ਦੇ ਉੱਪਰ ਇੱਕ ਕਮੈਂਟਰੀ ਲਿਖੀ ਗਈ ਆ, that was known as Mahabhashya. It was written by Patanjali Rishi, very important. ਇਹ ਦੋਨੋਂ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ, ਪੇਪਰ 'ਚ ਪੁੱਛੇ ਜਾਂਦੇ ਨੇ ਤੇ ਰੀਸੈਂਟਲੀ ਨਿਊਜ਼ ਦੇ ਵਿੱਚ ਵੀ ਆ, ਠੀਕ ਹੈ। ਸੋ ਇਹ ਸਾਡਾ ਅੱਜ ਦਾ ਜੋ ਸਾਡਾ ਲਾਸਟ ਟੌਪਿਕ ਸੀ, ਤੇ ਕੁਐਸਚਨ ਮੈਨੂੰ ਲੱਗ ਰਿਹਾ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ। Only one, sir, option should be like, ਮਨਦੀਪ ਸਿੰਘ ਜੀ, option should be like that। ਕਿਹੜੇ ਕੁਐਸਚਨ ਦੀ ਗੱਲ ਕਰ ਰਹੇ ਹੋ ਤੁਸੀਂ? ਆਪਣੇ GI ਟੈਗ ਬਾਰੇ ਗੱਲ ਕਰ ਰਹੇ ਹੋ? ਇਹਦਾ ਆਨਸਰ ਹੋ ਗਿਆ ਜੀ ਨਨ ਆਫ ਦਾ ਅਬਵ, ਠੀਕ ਹੈ ਜੀ। ਬਿਕੋਜ਼ ਜੋ ਅਸ਼ਟਾਧਿਆਈ ਹੈ, no doubt it's India's first book on grammar, but it was not written by Patanjali, it was written by Panini Rishi. Then second statement, Mahabhashya, commentary on Ashtadhyayi, ठीक है जी, ये ठीक है, but it was written by Patanjali, not Panini. मतलब ये दोनों नाम में इंटरचेंज करते सी, बाकी इन्हां दे विच ठीक लिखिया होया सारा। मनदीप सिंह जी नूं ਉਹਦੇ 'ਚ ਡਾਊਟ ਹੈ ਕੋਈ ਕੁਐਸਚਨ ਦੇ ਵਿੱਚ, ਦੇਖ ਲੈਂਦੇ ਆਪਾਂ ਹੁਣੇ, ਕੋਈ ਨਹੀਂ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਅਬਾਊਟ GI ਟੈਗ। ਆਪਾਂ ਦੱਸਣਾ ਵੀ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਠੀਕ ਹੈ। ਐਟ ਇੰਟਰਨੈਸ਼ਨਲ ਲੈਵਲ GI ਟੈਗ ਇਜ਼ ਗਵਰਨਡ ਐਂਡ ਡਾਇਰੈਕਟਡ ਬਾਈ WTO ਐਗਰੀਮੈਂਟ ਔਨ ਟ੍ਰੇਡ ਰਿਲੇਟਡ ਐਸਪੈਕਟਸ ਆਫ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ। ਇਹ ਸਟੇਟਮੈਂਟ ਠੀਕ ਹੈ ਜੀ, ਫਸਟ ਸਟੇਟਮੈਂਟ ਠੀਕ ਹੈ। Second statement is GI tags in India are given by the Office of Controller General of Patents, Designs and Trademarks under Ministry of Environment। ये statement गलत होगी। So साडा आंसर वन ओनली आ जाना ना, आप फर्स्ट स्टेटमेंट नू सही है आप उत्ते टिक कर सकते हैं जी। ओनली वन है ये च ना, जिवें आपां इन्हां चारां चों दसना, इन्हां चारां चों आपां किसी एक नू चूज करना, तो जो सानूं पता फर्स्ट स्टेटमेंट ठीक आ तो साडा आंसर होऊगा 1। जे दोनों ठीक होंगे तो साडा आंसर होंदा 3, जे दोनों गलत होंगे तो आंसर होंदा 4, जे सैकेंड स्टेटमेंट होंदा आंसर होंदा 2, बट ओनली फर्स्ट स्टेटमेंट इज करैक्ट, तो असीं आंसर करांगे 1 ओनली। ठीक है जी, ठीक है मनदीप जी, ठीक है। हाँ जी, हाँ जी राजविंदर जी, नोटिफिकेशन के बारे देखो एक्सपैक्टेड सी, ये एक्सपैक्टेड है मिडल ऑफ द दिसंबर, जो पीरीयड हुण चल रहा, ठीक है जी। सो देखो नोटिफिकेशन वैसे तो PPSC की डिपेंड करती है ना, बट एक्सपैक्टेड है भी ये दिसंबर जिमें 15-20 ਦੇ ਵਿੱਚ ਆਉਣ ਦੀ ਉਮੀਦ ਹੈ, ਤੇ ਜੇ ਨਹੀਂ 15-20 ਦੇ ਵਿੱਚ ਨਹੀਂ ਤਾਂ ਦਸੰਬਰ ਦੇ ਵਿੱਚ ਆ ਜਾਣੀ ਚਾਹੀਦੀ ਹੈ। ਬਾਕੀ ਜੋ ਅਸਲੀ ਤਾਂ ਜਿਵੇਂ ਕਹਿ ਲਓ ਜਿੰਨਾ ਟਾਈਮ ਨੋਟੀਫਿਕੇਸ਼ਨ ਆਊਟ ਨਹੀਂ ਹੁੰਦੀ ਉਹਨਾਂ ਟਾਈਮ ਆਪਾਂ ਨਹੀਂ ਕਹਿ ਸਕਦੇ, ਬਟ ਜੋ ਨਿਊਜ਼ ਹੈ, ਜੋ ਜਿੰਨਾ ਕੁ ਪਤਾ ਲੱਗ ਰਿਹਾ ਉਹ ਇਹ ਹੈ ਕਿ ਦਸੰਬਰ ਦੇ ਵਿੱਚ ਨੋਟੀਫਿਕੇਸ਼ਨ ਆ ਜਾਣੀ ਚਾਹੀਦੀ ਹੈ, ਠੀਕ ਹੈ ਜੀ। ਤੇ ਇੱਕ ਜਿਹੜੀ ਆਪਾਂ ਗੱਲ ਕਰ ਰਹੇ ਸੀ ਬਾਰਡਰ ਦੀ, ਜਿਵੇਂ ਇਹ ਪਹਿਲਾਂ ਉਦੋਂ ਉਸ ਟੌਪਿਕ ਵੇਲੇ ਡਿਸਕਸ ਕਰਨ ਤੋਂ ਰਹਿ ਗਿਆ ਜੀ। ਸਾਡਾ ਜੋ ਲਾਰਜੈਸਟ ਇੰਟਰਨੈਸ਼ਨਲ ਬਾਉਂਡਰੀ ਹੈ ਨਾ, ਟੈਰੀਟੋਰੀਅਲ ਬਾਉਂਡਰੀ ਦੀ ਜਦੋਂ ਗੱਲ ਕਰਦੇ ਹਾਂ ਇੰਡੀਆ ਦੀ, ਸਭ ਤੋਂ ਜ਼ਿਆਦਾ ਹੈ ਜੀ ਬੰਗਲਾਦੇਸ਼ ਦੇ ਨਾਲ। ਦੈਨ ਸੈਕੰਡ ਇਜ਼ ਵਿਦ ਚਾਈਨਾ, ਦੈਨ ਪਾਕਿਸਤਾਨ, ਦੈਨ ਨੇਪਾਲ, ਉਹਦੇ ਬਾਅਦ ਮਿਆਂਮਾਰ, ਠੀਕ ਹੈ ਜੀ। ਫਿਰ ਆ ਜਾਂਦਾ ਭੂਟਾਨ। ਇਹ ਸਾਡੀ ਇੰਟਰਨੈਸ਼ਨਲ ਟੈਰੀਟੋਰੀਅਲ ਬਾਉਂਡਰੀ ਹੈ, ਸਾਡੀ ਲੈਂਡ ਬਾਰਡਰ ਆ ਜੋ ਸਾਡਾ ਇੰਡੀਆ ਦਾ, ਉਹ ਇਹਨਾਂ ਕੰਟਰੀਜ਼ ਨਾਲ ਇਸ ਤਰ੍ਹਾਂ, ਠੀਕ ਹੈ ਜੀ। ਠੀਕ ਹੈ ਜੀ ਮਨਦੀਪ ਜੀ। ਤੇ ਹੁਣ ਆਪਾਂ 5-7 ਮਿੰਟ ਦੇ ਵਿੱਚ ਜ਼ਿਆਦਾ ਲੇਟ ਨਹੀਂ ਕਰਾਂਗੇ। ਅੱਜ ਸਾਡੀ ਫਸਟ ਜੋ ਲੈਕਚਰ ਹੈ ਉਹ ਆਪਣੇ ਪੂਰੇ ਟਾਈਮ ਤੇ ਆਪਾਂ ਖਤਮ ਕਰਤਾ, ਤੇ 5-7 ਮਿੰਟਾਂ ਦੇ ਵਿੱਚ ਆਪਾਂ ਪੰਜਾਬ GK ਵਾਲੀ ਕਲਾਸ ਸਟਾਰਟ ਕਰਾਂਗੇ। ਉਹਦੇ 'ਚ ਵੀ ਕੁਝ ਇੰਪੋਰਟੈਂਟ ਟੌਪਿਕਸ ਨੇ ਤੁਹਾਡੇ ਲਈ, ਜਿਵੇਂ ਰੈਵੋਲੂਸ਼ਨਰੀਜ਼ ਨੇ ਜੋ ਆਪਾਂ ਲਾਸਟ ਕਲਾਸ ਦੇ ਵਿੱਚ ਆਪਾਂ ਸਟਾਰਟ ਕੀਤਾ ਸੀ, ਫਾਰਮੇਸ਼ਨ ਆਫ ਸਟੇਟ ਬਾਰੇ। ਬਸ ਉਸ ਤੋਂ ਪਹਿਲਾਂ ਕੁਝ ਜੋ ਪੰਜਾਬ ਦੇ ਰੈਵੋਲੂਸ਼ਨਰੀਜ਼ ਨੇ ਉਹ ਰਹਿ ਗਏ ਸੀ, ਉਹਨਾਂ ਬਾਰੇ ਅੱਜ ਆਪਾਂ ਡਿਟੇਲ 'ਚ ਥੋੜ੍ਹਾ ਡਿਸਕਸ ਕਰਾਂਗੇ, ਕੁਝ ਨਵੇਂ ਪੁਆਇੰਟਸ ਤੁਹਾਨੂੰ ਪਤਾ ਲੱਗਣਗੇ। ਸੋ 5-7 ਮਿੰਟਾਂ ਦੇ ਵਿੱਚ ਆਪਾਂ ਕਲਾਸ ਸਟਾਰਟ ਕਰਨ ਲੱਗੇ ਹਾਂ। ਮੇਕ ਸ਼ੋਰ ਤੁਸੀਂ ਸਾਰੇ ਉਹ ਵੀ ਦੇਖੋ। ਥੈਂਕ ਯੂ ਜੀ, ਥੈਂਕ ਯੂ।